ਹੈਲੋ ਫਰੈਂਡਸ, ਮੈਂ ਕਰਮ ਸਵਾਗਤ ਕਰਦਾ ਜੀ ਤੁਹਾਡਾ ਸਭ ਦਾ ਪੰਜਾਬ ਐਜੂਕੇਸ਼ਨ ਚੈਨਲ ਉੱਪਰ। ਅੱਜ ਦੀ ਵੀਡੀਓ ਵਿੱਚ ਜੀ ਆਪਾਂ ਪੜ੍ਹਨ ਜਾ ਰਹੇ ਹਾਂ NCERT ਜਿਓਗ੍ਰਾਫੀ 7th ਕਲਾਸ ਨੂੰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ 7th ਕਲਾਸ ਦਾ ਜੀ 9th ਚੈਪਟਰ ਪੜ੍ਹਨ ਜਾ ਰਹੇ ਹਾਂ, ਜਿਸ ਦਾ ਟਾਈਟਲ ਹੈ ਰੇਗਿਸਤਾਨ ਵਿੱਚ ਜੀਵਨ। ਯਾਨੀ ਕਿ ਰੇਗਿਸਤਾਨ ਵਿੱਚ ਜੀਵਨ ਕਿਸ ਟਾਈਪ ਦਾ ਹੁੰਦਾ ਹੈ, ਉੱਥੇ ਲੋਕਾਂ ਨੂੰ ਕਿਸ ਟਾਈਪ ਦੀਆਂ ਮੁਸ਼ਕਲਾਂ ਆਉਂਦੀਆਂ ਨੇ, ਜੀਵਨ ਜਿਉਣਾ ਉੱਥੇ ਆਸਾਨ ਹੁੰਦਾ ਹੈ ਜਾਂ ਮੁਸ਼ਕਲ ਹੁੰਦਾ ਹੈ। ਇਹ ਸਭ ਚੀਜ਼ਾਂ ਨੂੰ ਅੱਜ ਆਪਾਂ ਡਿਟੇਲ ਦੇ ਨਾਲ ਇਸ ਵੀਡੀਓ ਦੇ ਵਿੱਚ ਪੜ੍ਹਾਂਗੇ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੀ, ਜੇਕਰ ਤੁਸੀਂ ਪੰਜਾਬ ਐਜੂਕੇਸ਼ਨ ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਪੰਜਾਬ ਐਜੂਕੇਸ਼ਨ ਚੈਨਲ ਨੂੰ ਜੀ ਹੁਣੇ ਸਬਸਕ੍ਰਾਈਬ ਕਰ ਲਓ, ਤਾਂ ਕਿ ਤੁਸੀਂ ਇੱਦਾਂ ਦੀਆਂ ਹੋਰ ਵੀ ਵੀਡੀਓਜ਼ ਦੇਖ ਸਕੋ। ਸਾਰੀਆਂ ਹੀ ਵੀਡੀਓਜ਼ ਦਾ ਜੀ ਫ੍ਰੀ ਆਫ ਕਾਸਟ PDF ਲੈਣ ਲਈ ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣ ਤੁਸੀਂ ਟੈਲੀਗ੍ਰਾਮ ਗਰੁੱਪ 'ਤੇ ਵੀ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ। ਇਸ ਤੋਂ ਇਲਾਵਾ ਜੀ, ਜੇਕਰ ਤੁਸੀਂ ਮੈਨੂੰ ਮੇਰੇ ਪਰਸਨਲ ਇੰਸਟਾਗ੍ਰਾਮ ID 'ਤੇ ਫੋਲੋ ਕਰਨਾ ਚਾਹੁੰਦੇ ਹੋ ਤਾਂ ਉਸ ਦਾ ਲਿੰਕ ਵੀ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਆਓ ਜੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੇ ਆਪਣੇ ਚੈਪਟਰ ਨੂੰ। ਸਭ ਤੋਂ ਪਹਿਲਾਂ ਵੇਖਦੇ ਹਾਂ ਜੀ ਆਪਾਂ ਉਹਨਾਂ ਮੇਨ ਪੁਆਇੰਟਸ ਨੂੰ ਜਿਨ੍ਹਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਜੀ ਗਰਮ ਮਾਰੂਥਲ ਬਾਰੇ, ਜੋ ਸਹਾਰਾ ਮਾਰੂਥਲ ਇੱਕ ਗਰਮ ਮਾਰੂਥਲ ਹੈ ਉਸ ਦੇ ਬਾਰੇ। ਉਸ ਤੋਂ ਬਾਅਦ ਆਪਾਂ ਜਾਣਾਂਗੇ ਜੀ ਕਿ ਸਹਾਰਾ ਮਾਰੂਥਲ ਦੇ ਵਿੱਚ ਜਲਵਾਯੂ ਕਿਸ ਟਾਈਪ ਦੀ ਹੈ, ਉੱਥੋਂ ਦਾ ਕਲਾਈਮੇਟ ਕਿਸ ਟਾਈਪ ਦਾ ਹੈ ਅਤੇ ਉੱਥੇ ਕਿਸ ਤਰ੍ਹਾਂ ਦੇ ਜੀਵ ਜੰਤੂ ਪਾਏ ਜਾਂਦੇ ਨੇ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਹਾਰਾ ਮਾਰੂਥਲ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਜੀਵਨ ਬਾਰੇ। ਉਹ ਕਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਦੇ ਨੇ, ਕਿੰਨਾ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ, ਇਹ ਸਭ ਨੂੰ ਆਪਾਂ ਡਿਟੇਲ ਦੇ ਵਿੱਚ ਜਾਣਾਂਗੇ। ਉਸ ਤੋਂ ਬਾਅਦ ਆਪਾਂ ਪੜ੍ਹਾਂਗੇ ਜੀ ਠੰਡੇ ਮਾਰੂਥਲ ਬਾਰੇ, ਜੋ ਹੈ ਲੱਦਾਖ। ਇਹ ਭਾਰਤ ਦੇ ਵਿੱਚ ਪਾਇਆ ਜਾਣ ਵਾਲਾ ਇੱਕ ਠੰਡਾ ਮਾਰੂਥਲ ਹੈ। ਇੱਥੋਂ ਦੀ ਵੀ ਆਪਾਂ ਜਲਵਾਯੂ ਬਾਰੇ ਗੱਲ ਕਰਾਂਗੇ, ਇੱਥੇ ਕਿਹੜੇ ਜੀਵ ਜੰਤੂ ਪਾਏ ਜਾਂਦੇ ਆ ਉਹਨਾਂ ਦੇ ਬਾਰੇ ਪੜ੍ਹਾਂਗੇ, ਅਤੇ ਅੰਤ ਵਿੱਚ ਆਪਾਂ ਪੜ੍ਹਾਂਗੇ ਕਿ ਲੱਦਾਖ ਦੇ ਲੋਕਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੈ। ਹੁਣ ਆਪਾਂ ਇੱਕ ਇੱਕ ਕਰਕੇ ਜਿੰਨਾ ਸਾਰੇ ਪੁਆਇੰਟਸ ਨੂੰ ਡਿਟੇਲ ਦੇ ਨਾਲ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਆਪਾਂ ਵੇਖਦੇ ਹਾਂ ਜੀ ਮਾਰੂਥਲ ਜਾਂ ਰੇਗਿਸਤਾਨ ਦੀ ਡੈਫੀਨੇਸ਼ਨ ਕੀ ਹੁੰਦੀ ਹੈ। ਮਾਰੂਥਲ ਦਾ ਅਤੇ ਰੇਗਿਸਤਾਨ ਬੇਸਿਕਲੀ ਹੁੰਦਾ ਕੀ ਹੈ, ਇਹ ਜਾਣਦੇ ਹਾਂ। ਰੇਗਿਸਤਾਨ ਉਹ ਖੁਸ਼ਕ ਸਥਾਨ ਹੈ ਜਿੱਥੇ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਂ ਬਹੁਤ ਜ਼ਿਆਦਾ ਘੱਟ ਹੁੰਦਾ ਹੈ, ਅਤੇ ਇੱਥੇ ਜੋ ਬਨਸਪਤੀ ਹੁੰਦੀ ਹੈ ਇਹ ਵੀ ਬਹੁਤ ਜ਼ਿਆਦਾ ਵਿਰਲੀ ਜਾਂ ਬਹੁਤ ਹੀ ਜ਼ਿਆਦਾ ਘੱਟ ਹੁੰਦੀ ਹੈ। ਇੱਥੇ 3 ਸ਼ਬਦ ਆਏ ਹੈ ਜੀ, ਜਾਂ 3 ਪੁਆਇੰਟ ਆ ਜੋ ਮੇਨ, ਜਿਨ੍ਹਾਂ ਤੋਂ ਆਪਾਂ ਨੂੰ ਰੇਗਿਸਤਾਨ ਦੀ ਡੈਫੀਨੇਸ਼ਨ ਪਤਾ ਲੱਗਦੀ ਹੈ। ਸਭ ਤੋਂ ਪਹਿਲਾਂ ਕੀ ਹੈ ਜੀ ਕਿ ਇਹ ਸਥਾਨ ਖੁਸ਼ਕ ਹੋਊਗਾ, ਇੱਥੇ ਨਮੀ ਨਹੀਂ ਹੋਣੀ, ਇਹ ਬਹੁਤ ਜ਼ਿਆਦਾ ਖੁਸ਼ਕ ਸਥਾਨ ਹੋਊਗਾ। ਦੂਜਾ ਕੀ ਹੋਏਗਾ ਜੀ, ਜਾਂ ਤਾਂ ਇੱਥੇ ਤਾਪਮਾਨ ਬਹੁਤ ਜ਼ਿਆਦਾ ਵੱਧ ਹੋਏਗਾ, ਯਾਨੀ ਕਿ ਗਰਮੀ ਬਹੁਤ ਜ਼ਿਆਦਾ ਵੱਧ ਹੋਊਗੀ, ਜਾਂ ਕਿ ਇੱਥੇ ਤਾਪਮਾਨ ਬਹੁਤ ਜ਼ਿਆਦਾ ਘੱਟ ਹੋਏਗਾ, ਯਾਨੀ ਕਿ ਬਹੁਤ ਜ਼ਿਆਦਾ ਠੰਡ ਹੋਊਗੀ। ਅਤੇ ਇਸ ਤੋਂ ਇਲਾਵਾ ਕੀ ਹੋਊਗਾ ਜੀ, ਇੱਥੇ ਜੋ ਬਨਸਪਤੀ ਹੈ ਉਹ ਬਹੁਤ ਹੀ ਜ਼ਿਆਦਾ ਘੱਟ ਹੋਏਗੀ। ਜਿਹੜਾ ਸਥਾਨ ਇਹਨਾਂ ਸਾਰੇ ਜੀ ਚੀਜ਼ਾਂ ਨੂੰ ਪੂਰਾ ਕਰਦਾ ਹੈ ਉਸ ਨੂੰ ਆਪਾਂ ਰੇਗਿਸਤਾਨ ਕਹਿੰਦੇ ਹਾਂ। ਹੁਣ ਅੱਗੇ ਗੱਲ ਕਰਦੇ ਹਾਂ ਜੀ ਰੇਗਿਸਤਾਨ ਦੇ ਟਾਈਪਸ ਬਾਰੇ, ਯਾਨੀ ਕਿ ਡੈਜ਼ਰਟ ਦੇ ਕਿਹੜੇ ਟਾਈਪ ਹੁੰਦੇ ਨੇ। ਰੇਗਿਸਤਾਨ ਜੀ 2 ਪ੍ਰਕਾਰ ਦੇ ਹੁੰਦੇ ਨੇ, ਪਹਿਲਾ ਹੈ ਗਰਮ ਮਾਰੂਥਲ ਅਤੇ ਦੂਸਰਾ ਹੈ ਜੀ ਠੰਡਾ ਮਾਰੂਥਲ। ਗਰਮ ਮਾਰੂਥਲ ਜਿਵੇਂ ਜੀ ਸਹਾਰਾ ਮਾਰੂਥਲ ਹੈ, ਅਤੇ ਦੂਸਰਾ ਹੈ ਜੀ ਲੱਦਾਖ, ਜੋ ਭਾਰਤ ਦੇ ਵਿੱਚ ਪਾਇਆ ਜਾਣਾ ਇੱਕ ਠੰਡਾ ਮਾਰੂਥਲ ਹੈ। ਮਾਰੂਥਲ ਦੀ ਡੈਫੀਨੇਸ਼ਨ ਜਾਣਨ ਤੋਂ ਬਾਅਦ ਹੁਣ ਆਪਾਂ ਪੜ੍ਹਦੇ ਹਾਂ ਜੀ ਧਰਤੀ ਦੇ ਉੱਪਰ ਮੌਜੂਦ ਗਰਮ ਮਾਰੂਥਲ ਬਾਰੇ, ਜਿਹੜਾ ਹੈ ਜੀ ਸਹਾਰਾ ਮਾਰੂਥਲ। ਸਹਾਰਾ ਜੋ ਇਹ ਸੰਸਾਰ ਦਾ ਜੀ ਸਭ ਤੋਂ ਵੱਡਾ ਗਰਮ ਮਾਰੂਥਲ ਹੈ, ਅਤੇ ਜੋ ਸਹਾਰਾ ਨਾਮ ਲਿਆ ਗਿਆ ਹੈ ਜੀ, ਇਹ ਅਰਬੀ ਸ਼ਬਦ ਸਹਿਰਾ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੁੰਦਾ ਹੈ ਮਾਰੂਥਲ। ਖੇਤਰਫਲ ਦੀ ਗੱਲ ਕਰੀਏ ਤਾਂ ਜੋ ਇਹ ਸਹਾਰਾ ਮਾਰੂਥਲ ਹੈ ਇਹ ਯੂਰਪ ਮਹਾਦੀਪ ਦੇ ਜੀ ਲਗਭਗ ਬਰਾਬਰ ਹੈ, ਅਤੇ ਭਾਰਤ ਦੇ ਖੇਤਰਫਲ ਤੋਂ ਇਹ ਲਗਭਗ ਦੁੱਗਣਾ ਹੈ ਜੀ। ਜਿਸ ਤਰ੍ਹਾਂ ਤੁਸੀਂ ਆ ਦੇਖ ਰਹੇ ਹੋ ਜੀ ਅਫਰੀਕਾ ਮਹਾਦੀਪ, ਅਫਰੀਕਾ ਕੰਟੀਨੈਂਟ ਆ ਜੋ, ਉਸ ਦਾ ਇਹ ਡਾਇਗ੍ਰਾਮ ਦਿਖਾਇਆ ਗਿਆ, ਅਤੇ ਇਸ ਦੇ ਵਿੱਚ ਜੋ ਆ ਡਾਰਕ ਵਾਲੀ ਸਾਈਡ ਹੈ ਜੀ ਸਾਰਾ, ਇਹ ਹੈ ਜੋ ਸਹਾਰਾ ਡੈਜ਼ਰਟ ਆ। ਇਹ ਸਹਾਰਾ ਮਾਰੂਥਲ ਦਾ ਸਾਰਾ ਸਥਾਨ ਦਿਖਾਇਆ ਗਿਆ ਹੈ। ਇਸ ਦੇ ਵਿੱਚ ਵੱਖ-ਵੱਖ ਦੇਸ਼ ਦਿਖਾਏ ਗਏ ਜੀ ਜਿਨ੍ਹਾਂ ਤੱਕ ਇਹ ਫੈਲਿਆ ਹੋਇਆ। ਹੁਣ ਆਪਾਂ ਜਾਣਦੇ ਹਾਂ ਕਿ ਕਿਹੜੇ ਦੇਸ਼ਾਂ ਦੇ ਵਿੱਚ ਫੈਲਿਆ ਹੋਇਆ। ਇਹ ਫੈਲਿਆ ਹੋਇਆ ਜੀ ਮਾਲੀ, ਮੋਰੱਕੋ, ਮੁਰਤਾਨੀਆ, ਅਲਜੀਰੀਆ, ਟੂਨੀਸ਼ੀਆ, ਲੀਬੀਆ, ਨਾਈਜਰ, ਚਾਡ, ਸੁਡਾਨ ਅਤੇ ਮਿਸਰ, ਇਹਨਾਂ ਦੇਸ਼ਾਂ ਦੇ ਵਿੱਚ ਜੀ ਇਹ ਫੈਲਿਆ ਹੋਇਆ। ਜਿਵੇਂ ਤੁਸੀਂ ਆ ਪਿਕਚਰ ਦੇ ਵਿੱਚ ਵੀ ਦੇਖ ਰਹੇ ਹੋ, ਡਾਇਗ੍ਰਾਮ ਦੇ ਵਿੱਚ ਵੀ ਦੇਖ ਰਹੇ ਹੋ। ਸਭ ਤੋਂ ਪਹਿਲਾਂ ਜੀ ਖੱਬੇ ਹੱਥ ਥੱਲੇ ਵਾਲੇ ਪਾਸੇ ਆ ਜਾਂਦਾ ਜੀ ਮੁਰਤਾਨੀਆ, ਉਸ ਤੋਂ ਅੱਗੇ ਹੈ ਜੀ ਮਾਲੀ, ਨਾਈਜਰ, ਫਿਰ ਹੈ ਜੀ ਚੇਡ, ਸੁਡਾਨ, ਉੱਪਰ ਆ ਜਾਂਦਾ ਜੀ ਇਜਿਪਟ, ਲੀਬੀਆ, ਟੂਨੀਸ਼ੀਆ, ਅਲਜੀਰੀਆ, ਮੋਰੱਕੋ ਅਤੇ ਵੈਸਟਰਨ ਸਹਾਰਾ। ਇਹ ਮੈਪ ਨੂੰ ਦੇਖ ਕੇ ਹੀ ਜੀ ਆਪਾਂ ਨੂੰ ਆਈਡੀਆ ਲੱਗ ਜਾਂਦਾ ਹੈ ਕਿ ਜੋ ਇਹ ਸਹਾਰਾ ਡੈਜ਼ਰਟ ਹੈ ਇਸ ਦਾ ਸਾਈਜ਼ ਕਿੱਡਾ ਵੱਡਾ ਹੈ। ਅਤੇ ਲਗਭਗ ਜੀ ਇਹ 9 ਤੋਂ 10 ਦੇਸ਼ਾਂ ਦੇ ਵਿੱਚ ਜੋ ਇਹ ਸਹਾਰਾ ਡੈਜ਼ਰਟ ਹੈ ਫੈਲਿਆ ਹੋਇਆ ਹੈ। ਫੈਲਾਅ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਜੀ ਸਹਾਰਾ ਮਾਰੂਥਲ ਦੇ ਖੇਤਰਫਲ ਦੀ। ਜੇਕਰ ਗੱਲ ਕਰੀਏ ਇਸ ਦੇ ਖੇਤਰਫਲ ਦੀ, ਤਾਂ ਇਸ ਦਾ ਖੇਤਰਫਲ ਹੈ ਜੀ 8.54 ਲੱਖ ਵਰਗ ਕਿਲੋਮੀਟਰ। ਜੇਕਰ ਇਹਨੂੰ ਜੀ ਆਪਾਂ ਪੂਰੇ ਨੂੰ ਫਿਗਰ ਨੂੰ ਜਾਣੀਏ ਤਾਂ ਇਹ ਬਣਦਾ ਹੈ ਜੀ 8,54,000 ਵਰਗ ਕਿਲੋਮੀਟਰ, ਜਦੋਂ ਕਿ ਜੋ ਭਾਰਤ ਦਾ ਖੇਤਰਫਲ ਹੈ ਉਹ ਹੈ ਜੀ 3,20,000 ਵਰਗ ਕਿਲੋਮੀਟਰ, ਯਾਨੀ ਕਿ ਭਾਰਤ ਦੇ ਇਹ ਦੁੱਗਣੇ ਖੇਤਰਫਲ ਤੋਂ ਵੀ ਵੱਧ ਹੈ ਜੀ ਇਸ ਦਾ ਜੋ ਸਹਾਰਾ ਮਾਰੂਥਲ ਦਾ ਖੇਤਰਫਲ ਹੈ।
ਸਹਾਰਾ ਮਾਰੂਥਲ ਬਾਰੇ ਜਦੋਂ ਆਪਾਂ ਸੋਚਦੇ ਹਾਂ ਤਾਂ ਆਪਾਂ ਨੂੰ ਲੱਗਦਾ ਹੈ ਜੀ ਕਿ ਇੱਥੇ ਕੇਵਲ ਰੇਤ ਹੋਊਗੀ, ਇੱਥੇ ਟਿੱਬੇ ਹੀ ਹੋਣਗੇ, ਪਰ ਇੱਥੇ ਕੇਵਲ ਟਿੱਬੇ ਹੀ ਨਹੀਂ ਹਨ। ਇੱਥੇ ਜੀ ਕੁਝ ਪਹਾੜ ਵੀ ਪਾਏ ਜਾਂਦੇ ਹਨ ਜਿਨ੍ਹਾਂ ਦੀ ਉਚਾਈ ਹੈ ਜੀ 2500 ਮੀਟਰ ਤੱਕ ਦੀ, ਯਾਨੀ ਕਿ ਬਹੁਤ ਹੀ ਉਚਾਈ ਵਾਲੇ ਇੱਥੇ ਜੋ ਪਹਾੜ ਹੈ, ਚਟਾਨਾਂ ਨੇ, ਉਹ ਵੀ ਇਸ ਮਾਰੂਥਲ ਦੇ ਵਿੱਚ ਪਾਈਆਂ ਜਾਂਦੀਆਂ ਨੇ। ਜਿਸ ਤਰ੍ਹਾਂ ਤੁਸੀਂ ਇਹ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ, ਜੋ ਇਹ ਪਹਾੜ ਹੈ ਜੀ ਇਹ ਵੀ ਸਹਾਰਾ ਮਾਰੂਥਲ ਦੇ ਵਿੱਚ ਹੀ ਆਪਾਂ ਨੂੰ ਮਿਲਦੇ ਨੇ। ਹੁਣ ਆਪਾਂ ਗੱਲ ਕਰਦੇ ਹਾਂ ਜੀ ਸਹਾਰਾ ਮਾਰੂਥਲ ਦੇ ਕਲਾਈਮੇਟ ਬਾਰੇ, ਯਾਨੀ ਕਿ ਇੱਥੋਂ ਦੀ ਜਲਵਾਯੂ ਕਿਸ ਟਾਈਪ ਦੀ ਹੈ। ਸਹਾਰਾ ਵਿੱਚ ਜੋ ਜਲਵਾਯੂ ਹੈ ਜੀ ਇਹ ਖੁਸ਼ਕ ਅਤੇ ਬਹੁਤ ਜ਼ਿਆਦਾ ਗਰਮ ਹੈ। ਜਿਸ ਤਰ੍ਹਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਕਿ ਜੋ ਰੇਗਿਸਤਾਨ ਹੁੰਦਾ ਉੱਥੇ ਕੀ ਹੁੰਦਾ, ਜੋ ਜਲਵਾਯੂ ਹੁੰਦੀ ਹੈ ਉਹ ਖੁਸ਼ਕ ਹੁੰਦੀ ਹੈ, ਜਾਂ ਤਾਂ ਜੋ ਉੱਥੋਂ ਦੀ ਜਲਵਾਯੂ ਬਹੁਤ ਜ਼ਿਆਦਾ ਗਰਮ ਹੋਏਗੀ ਜਾਂ ਫਿਰ ਠੰਡੀ ਹੋਏਗੀ। ਅਤੇ ਗਰਮ ਮਾਰੂਥਲ ਹੈ, ਇਸ ਕਰਕੇ ਇੱਥੋਂ ਦੀ ਜੋ ਜਲਵਾਯੂ ਆ ਖੁਸ਼ਕ ਅਤੇ ਗਰਮ ਹੈ। ਜੇਕਰ ਗੱਲ ਕਰੀਏ ਇੱਥੋਂ ਦੇ ਟੈਂਪਰੇਚਰ ਦੀ, ਇੱਥੋਂ ਦੇ ਤਾਪਮਾਨ ਦੀ, ਤਾਂ ਇਹ ਦਿਨ ਵੇਲੇ ਜੀ ਆਮ ਕਰਕੇ ਹੁੰਦਾ ਹੈ 50 ਡਿਗਰੀ ਸੈਲਸੀਅਸ, ਅਤੇ ਰਾਤ ਸਮੇਂ ਇੱਥੋਂ ਦਾ ਜੋ ਤਾਪਮਾਨ ਹੈ ਜੀ ਉਹ 0 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਯਾਨੀ ਕਿ ਦਿਨ ਅਤੇ ਜੋ ਰਾਤ ਦਾ ਤਾਪਮਾਨ ਹੈ ਜੀ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਡਿਫਰੈਂਸ ਹੁੰਦਾ ਹੈ। ਦਿਨ ਵੇਲੇ ਜਿੱਥੇ ਕਿ ਜੀ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਜਿਸ ਨੂੰ ਆਮ ਬੰਦਾ ਸਹਿ ਨਹੀਂ ਸਕਦਾ, ਆਪਣੇ ਵਰਗੇ ਜੋ 45 ਡਿਗਰੀਜ਼ ਦੇ ਵਿੱਚ ਵੀ ਚੀਕਾਂ ਮਾਰਨ ਲੱਗ ਜਾਂਦੇ ਆ ਵੀ ਗਰਮੀ ਬਹੁਤ ਜ਼ਿਆਦਾ ਹੈ, ਉਹ 50 ਡਿਗਰੀ ਦੇ ਵਿੱਚ ਰਹਿਣਾ ਉਹਨਾਂ ਲਈ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ। ਜਦੋਂ ਕਿ ਰਾਤ ਸਮੇਂ ਜੀ ਇੱਕਦਮੇ ਜੋ ਤਾਪਮਾਨ ਆ ਉਹ 0 ਡਿਗਰੀ ਸੈਲਸੀਅਸ 'ਤੇ ਆ ਜਾਂਦਾ ਹੈ, ਜਿੱਥੇ ਜੀ ਪਾਣੀ ਵੀ ਜੰਮ ਜਾਂਦਾ ਹੈ, ਇੰਨੀ ਜ਼ਿਆਦਾ ਇੱਥੇ ਠੰਡ ਹੋ ਜਾਂਦੀ ਹੈ ਦਿਨ ਵੇਲੇ ਜਦੋਂ ਕਿ ਇੰਨੀ ਜ਼ਿਆਦਾ ਗਰਮੀ ਹੁੰਦੀ ਹੈ। ਇਸ ਤਰ੍ਹਾਂ ਜੋ ਦਿਨ ਅਤੇ ਰਾਤ ਦਾ ਟੈਂਪਰੇਚਰ ਹੈ ਜੀ ਇਸ ਦੇ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਇੱਥੇ ਫ਼ਰਕ ਹੁੰਦਾ ਹੈ। ਹੁਣ ਜੇ ਗੱਲ ਕਰੀਏ ਜੀ ਕਿ ਇੱਥੋਂ ਦਾ ਮੌਸਮ ਦੇ ਵਿੱਚ ਹੋਰ ਕਿਹੜੇ ਪੁਆਇੰਟ ਹੁੰਦੇ ਆ, ਕਿਹੜੀਆਂ ਗੱਲਾਂ ਇੱਥੋਂ ਦੇ ਬਾਰੇ ਆਪਾਂ ਨੂੰ ਯਾਦ ਕਰਨ ਦੀ ਲੋੜ ਹੈ। ਅਤੇ ਇੱਥੇ ਕੀ ਹੁੰਦਾ ਹੈ, ਜੋ ਅਸਮਾਨ ਹੁੰਦਾ ਹੈ ਬਿਨਾਂ ਬੱਦਲਾਂ ਵਾਲਾ ਹੁੰਦਾ ਹੈ, ਜ਼ਿਆਦਾਤਰ ਇੱਥੇ ਸਾਫ਼ ਮੌਸਮ ਪਾਇਆ ਜਾਂਦਾ ਹੈ। ਅਤੇ ਇੱਥੇ ਜੋ ਵਰਖਾ ਹੁੰਦੀ ਹੈ ਜੋ ਬਹੁਤ ਹੀ ਘੱਟ ਹੁੰਦੀ ਹੈ, ਯਾਨੀ ਕਿ ਨਾ ਮਾਤਰ ਹੀ ਇੱਥੇ ਵਰਖਾ ਹੁੰਦੀ ਹੈ। ਸਹਾਰਾ ਦੇ ਵਿੱਚ ਜੇਕਰ ਗੱਲ ਕਰੀਏ ਜੀ ਕਿ ਅੱਜ ਤੱਕ ਸਭ ਤੋਂ ਵੱਧ ਤਾਪਮਾਨ ਕਿੰਨਾ ਦਰਜ ਕੀਤਾ ਗਿਆ, ਤਾਂ ਇਹ ਕੀਤਾ ਗਿਆ ਸੀ ਜੀ 57.7 ਡਿਗਰੀ ਸੈਲਸੀਅਸ, ਯਾਨੀ ਕਿ 57.7 ਡਿਗਰੀ ਸੈਲਸੀਅਸ, ਅਤੇ ਇਹ ਕੀਤਾ ਗਿਆ ਸੀ ਜੀ 1922 ਦੇ ਵਿੱਚ, 1922 ਦੇ ਵਿੱਚ ਕੀਤਾ ਗਿਆ ਸੀ। ਜੇਕਰ ਗੱਲ ਕਰੀਏ ਕਿ ਕਿਹੜੇ ਸਥਾਨ 'ਤੇ ਸੀ, ਤਾਂ ਇਹ ਸੀ ਜੀ ਅਲਜੀਨੀਆ, ਜਿਹੜਾ ਖੇਤਰ ਹੈ ਜੀ ਲੀਬੀਆ ਦੇ ਦੱਖਣੀ ਭਾਗ ਦੇ ਵਿੱਚ, ਯਾਨੀ ਕਿ ਸਹਾਰਾ ਡੈਜ਼ਰਟ ਦੇ ਵਿੱਚ ਇੱਕ ਜਗ੍ਹਾ ਹੈ ਜਿੱਥੇ ਦਾ ਟੈਂਪਰੇਚਰ ਨੋਟ ਕੀਤਾ ਗਿਆ ਸੀ 1922 ਦੇ ਵਿੱਚ, ਜੋ ਸੀ ਜੀ 57.7 ਡਿਗਰੀ ਸੈਲਸੀਅਸ। ਯਾਨੀ ਕਿ ਕਿੰਨੀ ਜ਼ਿਆਦਾ ਗਰਮੀ ਆ, ਪੂਰੀ ਦੁਨੀਆ ਦੇ ਉੱਪਰ ਸਭ ਤੋਂ ਵੱਧ ਜੇ ਕੋਈ ਗਰਮ ਡੈਜ਼ਰਟ ਆ ਤਾਂ ਉਹ ਸਹਾਰਾ ਹੀ ਹੈ। ਜਲਵਾਯੂ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਜੀ ਸਹਾਰਾ ਮਾਰੂਥਲ ਵਿੱਚ ਪਾਈ ਜਾਣ ਵਾਲੀ ਬਨਸਪਤੀ ਬਾਰੇ। ਵਧੇਰੇ ਤਾਪਮਾਨ ਅਤੇ ਘੱਟ ਵਰਖਾ ਕਾਰਨ ਇੱਥੇ ਬਨਸਪਤੀ ਬਹੁਤ ਘੱਟ ਉੱਗਦੀ ਹੈ। ਸਿਰਫ ਇੱਥੇ ਕੰਡੇਦਾਰ ਝਾੜੀਆਂ, ਥੋਰ, ਛੋਟੀਆਂ ਮੋਟੀਆਂ ਜੋ ਜੜੀ ਬੂਟੀਆਂ ਹੁੰਦੀਆਂ ਅਤੇ ਘਾਹ ਇਹੀ ਉੱਗਦੇ ਆ, ਕਿਉਂਕਿ ਇੱਥੇ ਵਰਖਾ ਘੱਟ ਹੁੰਦੀ ਹੈ ਜੀ। ਜਿੱਥੇ ਆਪਾਂ ਨੂੰ ਪਤਾ ਵਰਖਾ ਘੱਟ ਹੋਏਗੀ ਤਾਂ ਉੱਥੇ ਜੋ ਪੇੜ ਪੌਦੇ ਆ, ਜੋ ਬਨਸਪਤੀ ਆ, ਉਹ ਛੋਟੀ ਮੋਟੀ ਅਤੇ ਵਿਰਲੀ ਹੁੰਦੀ ਹੈ। ਇੱਥੇ ਜੋ ਆਪਾਂ ਨੂੰ ਪੌਦੇ ਮਿਲਦੇ ਆ ਜੀ ਇਹ ਕੰਡੇਦਾਰ ਹੁੰਦੇ ਆ ਅਤੇ ਗੁੱਦੇਦਾਰ ਹੁੰਦੇ ਆ, ਯਾਨੀ ਕਿ ਇਹ ਅੰਦਰ ਤੋਂ ਸਪੰਜੀ ਟਾਈਪ ਦੇ ਹੁੰਦੇ ਆ, ਜੋ ਖੁਸ਼ਕ ਅਤੇ ਗਰਮ ਹਵਾ ਦੇ ਵਿੱਚ ਜੀ ਆਪਣੇ ਆਪ ਨੂੰ ਢਾਲ ਲੈਂਦੇ ਆ। ਇਹਨਾਂ ਪੌਦਿਆਂ ਦੀਆਂ ਜੜ੍ਹਾਂ ਦੂਰ ਤੱਕ ਫੈਲੀਆਂ ਹੁੰਦੀਆਂ ਤਾਂ ਜੋ ਇਹ ਪਾਣੀ ਅਤੇ ਨਮੀ ਨੂੰ ਸੋਖ ਸਕਣ। ਪੌਦੇ ਕੰਡੇਦਾਰ ਹੋਣ ਕਰਕੇ ਜੋ ਵਾਤਾਵਰਨ ਉਤਸਰਜਨ ਆ ਉਹ ਇੱਥੇ ਘੱਟ ਹੁੰਦਾ ਹੈ। ਹੁਣ ਇਸ ਚੀਜ਼ ਨੂੰ ਸਮਝੋ ਜੀ, ਕਿਉਂਕਿ ਉਹ ਅੰਦਰ ਤੋਂ ਸਪੰਜੀ ਹੁੰਦੇ ਆ, ਉਹ ਗੁੱਦੇਦਾਰ ਹੁੰਦੇ ਆ, ਇਸ ਲਈ ਉਹ ਜ਼ਿਆਦਾ ਪਾਣੀ ਨੂੰ ਸਟੋਰ ਕਰ ਸਕਦੇ ਆ। ਉਹ ਕੰਡੇਦਾਰ ਹੁੰਦੇ ਆ ਤਾਂ ਕਿ ਇੱਥੋਂ ਦਾ ਜੋ ਵਾਸ਼ਪੀਕਰਨ ਆ ਉਹ ਘੱਟ ਹੋ ਸਕੇ। ਜੜ੍ਹਾਂ ਇਹਨਾਂ ਦੀਆਂ ਤਾਂ ਲੰਮੀਆਂ ਹੁੰਦੀਆਂ ਜੀ ਕਿਉਂਕਿ ਇੱਥੇ ਪਾਣੀ ਦੀ ਘਾਟ ਹੁੰਦੀ ਹੈ, ਤਾਂ ਪਾਣੀ ਨੂੰ ਬਹੁਤ ਜ਼ਮੀਨ ਦੇ ਅੰਦਰੋਂ ਖਿੱਚ ਕੇ ਲੈ ਕੇ ਆਉਂਦੇ ਨੇ ਆਪਣੇ ਕੋਲ, ਇਸ ਲਈ ਇੱਥੇ ਇਸ ਟਾਈਪ ਦੇ ਪੌਦੇ ਪਾਏ ਜਾਂਦੇ ਨੇ। ਖਜੂਰ, ਕੈਕਟਸ ਇੱਥੇ ਮਿਲਣ ਵਾਲੇ ਜੀ ਮੁੱਖ ਰੁੱਖ ਹਨ। ਖਜੂਰਾਂ ਨੂੰ ਜੋ ਅਰਬਾਂ ਦੇ ਦੁਆਰਾ ਹੀ ਰੇਗਿਸਤਾਨ ਵਿੱਚ ਲਿਆਂਦਾ ਗਿਆ ਸੀ। ਖਜੂਰ ਰੇਗਿਸਤਾਨ ਵਿੱਚ ਮਿਲਣ ਵਾਲਾ ਇੱਕ ਜੀ ਆਮ ਫਲ, ਅਤੇ ਇਸ ਦੇ ਪੱਤਿਆਂ ਤੋਂ ਟੋਕਰੀਆਂ, ਮੈਟ ਅਤੇ ਰੱਸੀਆਂ ਵੀ ਬਣਾਈਆਂ ਜਾਂਦੀਆਂ ਨੇ। ਸਹਾਰਾ ਮਾਰੂਥਲ ਦੇ ਵਿੱਚ ਜੀ ਇੱਕ ਸਥਾਨ ਪਾਇਆ ਜਾਂਦਾ ਹੈ ਜਿਸ ਨੂੰ ਨਕਲੀ ਸਥਾਨ ਬੋਲਿਆ ਜਾਂਦਾ ਹੈ। ਇਹ ਨਕਲੀ ਸਥਾਨ ਕੀ ਹੁੰਦਾ ਹੈ, ਹੁਣ ਆਪਾਂ ਇਸ ਨੂੰ ਜਾਣਦੇ ਹਾਂ। ਨਕਲੀ ਸਥਾਨ ਉਸ ਜਗ੍ਹਾ ਨੂੰ ਕਿਹਾ ਜਾਂਦਾ ਹੈ ਜਿੱਥੇ ਪਾਣੀ ਦਾ ਝਰਨਾ, ਤਲਾਬ ਜਾਂ ਕੋਈ ਪਾਣੀ ਦਾ ਸਰੋਤ ਹੁੰਦਾ ਹੈ। ਮੰਨ ਕੇ ਚਲੋ ਕਿ ਜੇ ਰੇਗਿਸਤਾਨ ਦੇ ਵਿੱਚ, ਜਿਵੇਂ ਸਹਾਰਾ ਰੇਗਿਸਤਾਨ, ਉਸ ਦੇ ਵਿੱਚ ਜੇਕਰ ਕੋਈ ਪਾਣੀ ਦਾ ਤਲਾਬ ਆ ਤਾਂ ਉਸ ਨੂੰ ਨਕਲੀ ਸਥਾਨ ਕਿਹਾ ਜਾਂਦਾ ਹੈ। ਇੱਥੇ ਪਾਣੀ ਦੀ ਮੌਜੂਦਗੀ ਹੋਣ ਕਰਕੇ ਇੱਥੇ ਆਲੇ ਦੁਆਲੇ ਹਰਿਆਲੀ ਹੁੰਦੀ ਹੈ, ਛੋਟੀਆਂ ਮੋਟੀਆਂ ਝੜੀ ਬੂਟੀਆਂ ਹੁੰਦੀਆਂ ਜੀ, ਇੱਥੇ ਬਹੁਤ ਸਾਰੇ ਇੱਥੇ ਪੇੜ ਪੌਦੇ ਹੁੰਦੇ ਆ, ਜਿਵੇਂ ਤੁਸੀਂ ਨਾਲ ਡਾਇਗਰਾਮ ਦੇਖ ਰਹੇ ਹੋ ਇਸ ਦੇ ਵਿੱਚ ਦਿਖਾਇਆ ਗਿਆ। ਇੱਥੇ ਪਾਣੀ ਦਾ ਸਰੋਤ ਅਤੇ ਉਸ ਦੇ ਆਲੇ ਦੁਆਲੇ ਜੋ ਹਰਿਆਲੀ ਹੈ, ਹਰਿਆਲੀ ਹੋਣ ਕਰਕੇ ਜੀ ਲੋਕ ਇੱਥੇ ਰਹਿੰਦੇ ਨੇ ਅਤੇ ਇੱਥੇ ਖੇਤੀ ਵੀ ਕਰਦੇ ਨੇ, ਕਿਉਂਕਿ ਮਨੁੱਖ ਉੱਥੇ ਹੀ ਰਹਿੰਦਾ ਜਿੱਥੇ ਉਹਨੂੰ ਪਾਣੀ ਮੌਜੂਦ ਹੁੰਦਾ ਹੈ, ਕਿਉਂਕਿ ਪਾਣੀ ਦੇ ਰਾਹੀਂ ਉਸ ਦੀ ਡੇਲੀ ਯੂਜ਼ਸ ਦੇ ਕੰਮ ਵੀ ਪੂਰੇ ਹੁੰਦੇ ਨੇ ਅਤੇ ਉਹ ਪਾਣੀ ਦੇ ਨਾਲ ਹੀ ਖੇਤੀ ਵੀ ਕਰਦੇ ਹੈ। ਇਸ ਲਈ ਨਕਲੀ ਸਥਾਨ ਦੇ ਆਲੇ ਦੁਆਲੇ ਲੋਕ ਰਹਿੰਦੇ ਨੇ। ਇਸ ਤੋਂ ਇਲਾਵਾ ਜੀ ਇਹ ਪਸ਼ੂ ਅਤੇ ਕਈ ਕਿਸਮ ਦੇ ਜੀਵ ਜੰਤੂ, ਪੰਛੀਆਂ ਦੇ ਕੁਦਰਤੀ ਰਿਹਾਇਸ਼ ਦਾ ਕੰਮ ਵੀ ਕਰਦਾ ਹੈ। ਨਕਲੀ ਸਥਾਨ ਇਸ ਟਾਈਪ ਦਾ ਇੱਕ ਜਗ੍ਹਾ ਹੁੰਦੀ ਹੈ ਜਿੱਥੇ ਹਰਿਆਲੀ ਹੁੰਦੀ ਹੈ, ਉੱਥੇ ਲੋਕ ਵੀ ਰਹਿੰਦੇ ਨੇ, ਪਸ਼ੂ ਪੰਛੀ ਵੀ ਰਹਿੰਦੇ ਨੇ, ਅਤੇ ਉਹ ਪਾਣੀ ਦੇ ਸਰੋਤ ਦਾ ਕੰਮ ਕਰਦਾ ਅਤੇ ਇੱਥੇ ਖੇਤੀ ਵੀ ਹੁੰਦੀ ਹੈ। ਨਕਲੀ ਸਥਾਨ ਬਾਰੇ ਜਾਣਨ ਤੋਂ ਬਾਅਦ ਹੁਣ ਆਪਾਂ ਜਾਣਦੇ ਹਾਂ ਜੀ ਕਿ ਸਹਾਰਾ ਮਾਰੂਥਲ ਵਿੱਚ ਕਿਸ ਤਰ੍ਹਾਂ ਦੇ ਜੀਵ ਜੰਤੂ ਆਪਾਂ ਨੂੰ ਮਿਲਦੇ ਨੇ। ਇੱਥੇ ਆਮ ਮਿਲਣ ਵਾਲੇ ਜੀਵ ਹਨ ਜੀ ਊਠ, ਲੱਕੜਬੱਗਾ, ਲੋਮੜੀ, ਬਿੱਛੂ, ਸੱਪ ਅਤੇ ਕਿਰਲੀਆਂ। ਇਹ ਜੀਵ ਜੋ ਇੱਥੇ ਆਮ ਮਿਲਦੇ ਨੇ।
ਵਿਗਿਆਨੀਆਂ ਦੇ ਅਨੁਸਾਰ ਜੀ ਜੋ ਇਹ 17 ਮਾਰੂਥਲ ਹੈ, ਇਹ ਵੀ ਕਈ ਲੱਖਾਂ ਸਾਲ ਪਹਿਲਾਂ ਇਹ ਵੀ ਇੱਕ ਪ੍ਰਕਾਰ ਦਾ ਜੰਗਲ ਸੀ। ਇੱਥੇ ਕਈ ਨਦੀਆਂ ਵਹਿੰਦੀਆਂ ਸੀ। ਇਹ ਆਮ ਹਰਿਆ ਭਰਿਆ ਜੰਗਲ ਸੀ, ਜਿਸ ਤਰ੍ਹਾਂ ਜੰਗਲ ਹੁੰਦੇ ਨੇ, ਇਸ ਤਰ੍ਹਾਂ ਦਾ ਇਹ ਮਾਰੂਥਲ ਨਹੀਂ ਸੀ। ਪਰ ਹੌਲੀ ਹੌਲੀ ਸਮੇਂ ਦੇ ਨਾਲ ਇੱਥੋਂ ਦੇ ਟੈਂਪਰੇਚਰ ਅਤੇ ਇੱਥੇ ਦੇ ਜੋ ਹਾਲਾਤ ਆ, ਇੱਥੋਂ ਦਾ ਜੋ ਵਾਤਾਵਰਨ ਹੈ ਜੀ, ਉਸ ਦੇ ਵਿੱਚ ਚੇਂਜ ਆਉਂਦੇ ਗਏ ਅਤੇ ਕਈ ਹਜ਼ਾਰ ਸਾਲਾਂ ਦੀ ਇੱਕ ਪ੍ਰਕਿਰਿਆ ਦੇ ਬਾਅਦ ਇਹ ਬਦਲਦਾ ਜੀ ਇੱਕ ਰੇਗਿਸਤਾਨ ਦਾ ਰੂਪ ਧਾਰਨ ਕਰ ਗਿਆ। ਉਸ ਸਮੇਂ ਜਦੋਂ ਇਹ ਇੱਥੇ ਜੰਗਲ ਸੀ ਅਤੇ ਇੱਥੇ ਹਾਥੀ, ਸ਼ੇਰ, ਜਿਰਾਫ ਅਤੇ ਮਛਲੀਆਂ ਵੀ ਮਿਲਦੀਆਂ ਸੀ। ਇਹ ਕਿਉਂ ਵਿਗਿਆਨੀਆਂ ਨੂੰ ਪਤਾ ਲੱਗਿਆ ਹੈ ਜੀ? ਕਿਉਂਕਿ ਇਹਨਾਂ ਸਭ ਜਾਨਵਰਾਂ ਦੇ ਉਹਨਾਂ ਨੂੰ ਇੱਥੇ ਫੋਸਿਲ ਮਿਲੇ ਆ। ਇਹਨਾਂ ਦੇ ਜੋ ਕੰਕਾਲ ਨੇ ਉਹ ਵਿਗਿਆਨੀਆਂ ਦੁਆਰਾ ਇੱਥੇ ਪ੍ਰਾਪਤ ਕੀਤੇ ਗਏ ਨੇ। ਇਸੇ ਲਈ ਉਹ ਕਹਿ ਸਕਦੇ ਨੇ ਕਿਉਂਕਿ ਇੱਥੇ ਇਸ ਤਰ੍ਹਾਂ ਦਾ ਜੰਗਲ ਸੀ ਅਤੇ ਇਹ ਜੀਵ ਪਾਈ ਜਾਂਦੇ ਸੀ। ਇਹ ਸਿਰਫ ਇਮੈਜੀਨੇਸ਼ਨ ਨਹੀਂ ਜੀ, ਉਸ ਦੇ ਜਦੋਂ ਸਬੂਤ ਮਿਲ ਜਾਂਦੇ ਨੇ ਵਿਗਿਆਨੀ ਉਸ ਤੋਂ ਬਾਅਦ ਹੀ ਕਿਸੇ ਤੱਥ 'ਤੇ, ਕਿਸੇ ਨਤੀਜੇ 'ਤੇ ਪਹੁੰਚਦੇ ਨੇ। ਜੀਵ-ਜੰਤੂਆਂ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਜੀ ਸਾਰਾ ਮਾਰੂਥਲ ਦੇ ਵਿੱਚ ਰਹਿਣ ਬਾਰੇ, ਲੋਕਾਂ ਦੇ ਜੀਵਨ ਬਾਰੇ। ਉਹ ਕਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਦੇ ਨੇ, ਕੀ ਉਹ ਜੀਵ ਜੰਤੂ ਪਾਲਦੇ ਨੇ, ਕਿਸ ਤਰ੍ਹਾਂ ਆਪਣਾ ਡੇਲੀ ਦਾ ਉਹ ਕੰਮਕਾਰ ਕਰਦੇ ਨੇ, ਕਿਸ ਤਰ੍ਹਾਂ ਆਪਣਾ ਰੁਜ਼ਗਾਰ ਪ੍ਰਾਪਤ ਕਰਦੇ ਨੇ ਅਤੇ ਕੀ ਉਹਨਾਂ ਦੇ ਦੁਆਰਾ ਖੇਤੀ ਕੀਤੀ ਜਾਂਦੀ ਹੈ। ਸਭ ਚੀਜ਼ਾਂ ਨੂੰ ਹੁਣ ਆਪਾਂ ਪੜ੍ਹਦੇ ਹਾਂ। ਸਹਾਰਾ ਦੇ ਗਰਮ ਅਤੇ ਕਠਿਨ ਜਲਵਾਯੂ ਵਿੱਚ ਵੀ ਕਈ ਕਬੀਲਿਆਂ ਦੇ ਲੋਕ ਇੱਥੇ ਰਹਿੰਦੇ ਨੇ। ਇੱਥੇ ਬੇਦੁਇਨੀ ਅਤੇ ਤੁਆਗੇਰ ਨਾਮ ਦੇ ਕਬੀਲਿਆਂ ਦੇ ਲੋਕ ਰਹਿੰਦੇ ਨੇ। ਇਹ ਆਮ ਦੋ ਕਬੀਲੇ ਆ ਜੀ, ਜਿਹੜੇ ਇੱਥੇ ਜ਼ਿਆਦਾ ਪਾਏ ਜਾਂਦੇ ਆ। ਇਹਨਾਂ ਦੋਨਾਂ ਦੇ ਨਾਮ ਨੂੰ ਤੁਸੀਂ ਜ਼ਰੂਰ ਯਾਦ ਰੱਖ ਲਿਓ। ਇਸ ਤੋਂ ਇਲਾਵਾ ਜੋ ਇੱਥੇ ਰਹਿਣ ਵਾਲੇ ਲੋਕ ਆ ਉਹ ਕਿਹੜੇ ਜੀਵ ਜੰਤੂ ਪਾਲਦੇ ਆ ਜੀ, ਜਾਨਵਰ ਪਾਲਦੇ ਆ, ਉਹਨਾਂ ਦੇ ਬਾਰੇ ਗੱਲ ਕਰ ਲੈਂਦੇ ਆ। ਇੱਥੇ ਜੋ ਲੋਕ ਰਹਿੰਦੇ ਆ ਜੀ, ਉਹ ਬੱਕਰੀ, ਭੇਡ, ਊਠ ਅਤੇ ਘੋੜੇ ਆਦਿ ਜਾਨਵਰ ਪਾਲਦੇ ਨੇ। ਇਹਨਾਂ ਜਾਨਵਰਾਂ ਤੋਂ ਉਹਨਾਂ ਨੂੰ ਜੀ ਦੁੱਧ, ਚਮੜਾ, ਮਾਸ ਅਤੇ ਊਨ ਆਦਿ ਪ੍ਰਾਪਤ ਹੁੰਦੀ ਹੈ। ਇਸ ਤੋਂ ਇਲਾਵਾ ਜੀ ਇੱਥੇ ਜੋ ਨਖਲਿਸਤਾਨ ਮੌਜੂਦ ਆ, ਉਹ ਕੀ ਹੈ ਨਖਲਿਸਤਾਨ, ਉਸ ਦੇ ਬਾਰੇ ਆਪਾਂ ਜਾਣ ਚੁੱਕੇ ਹਾਂ। ਅਤੇ ਇਸ ਤੋਂ ਇਲਾਵਾ ਜੋ ਮਿਸਰ ਨਦੀ ਘਾਟੀ ਹੈ ਜੀ, ਨੀਲ ਨਦੀ ਘਾਟੀ ਹੈ, ਉਸ ਦੇ ਵਿੱਚ ਵੀ ਪਾਣੀ ਦੀ ਉਪਲਬਧ ਮਾਤਰਾ ਹੋਣ ਕਰਕੇ ਇੱਥੇ ਜੋ ਲੋਕ ਰਹਿੰਦੇ ਆ ਜੀ, ਉਹ ਖੇਤੀ ਕਰਦੇ ਆ। ਕਿਹੜੀ ਖੇਤੀ ਕੀਤੀ ਜਾਂਦੀ ਹੈ ਉਸ ਦੇ ਬਾਰੇ ਜਾਣਦੇ ਆ। ਇੱਥੇ ਕਣਕ, ਜੌਂ ਅਤੇ ਚਾਵਲ ਆਦਿ ਫਸਲਾਂ ਦੀ ਖੇਤੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜੀ ਜੋ ਮਿਸਰ ਦੇ ਵਿੱਚ ਕਪਾਹ ਪੈਦਾ ਹੁੰਦੀ ਹੈ, ਉਹ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ, ਜਿਸ ਨੂੰ ਗੀਜ਼ਾ ਕਾਟਨ ਕਿਹਾ ਜਾਂਦਾ ਹੈ। ਤੁਸੀਂ ਅਕਸਰ ਹੀ ਸੁਣਿਆ ਹੋਣਾ ਕਿ ਗੀਜ਼ਾ ਕਾਟਨ ਬਹੁਤ ਪ੍ਰੀਮੀਅਮ ਆ, ਬਹੁਤ ਉਹ ਫੇਮਸ ਆ। ਉਹ ਇੱਥੇ ਪਾਈ ਜਾਂਦੀ ਹੈ, ਜੋ ਮਿਸਰ ਦੇ ਵਿੱਚ ਹੀ ਪੈਦਾ ਕੀਤੀ ਜਾਂਦੀ ਹੈ। ਸਹਾਰਾ ਵਿੱਚ ਮੌਜੂਦ ਅਲਜੀਰੀਆ, ਲੀਬੀਆ ਅਤੇ ਮਿਸਰ ਵਰਗੇ ਦੇਸ਼ਾਂ ਦੇ ਵਿੱਚ ਤੇਲ ਅਤੇ ਗੈਸ ਦੀ ਖੋਜ ਹੋਈ ਹੈ ਜੀ। ਇੱਥੇ ਤੇਲ ਅਤੇ ਗੈਸ ਪ੍ਰਾਪਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜੀ ਸਹਾਰਾ ਦੇ ਵਿੱਚ ਕੁਝ ਮਿਨਰਲ ਵੀ ਮਿਲਦੇ ਆ, ਜਿਨ੍ਹਾਂ ਦੇ ਵਿੱਚ ਫੇਮਸ ਨੇ ਜੀ ਲੋਹਾ, ਫਾਸਫੋਰਸ, ਮੈਗਨੀਜ਼ੀਅਮ ਅਤੇ ਯੂਰੇਨੀਅਮ। ਇਹ ਜੋ ਪਦਾਰਥ ਹੈ ਜੀ, ਇਹ ਜੋ ਖਣਿਜ, ਇਹ ਵੀ ਇੱਥੋਂ ਪ੍ਰਾਪਤ ਹੁੰਦੇ ਨੇ। ਇਹਨਾਂ ਸਭ ਖੋਜਾਂ ਕਰਕੇ ਜੋ ਸਹਾਰਾ ਦਾ ਜੀਵਨ ਹੈ ਜੀ, ਇਸ ਦੇ ਵਿੱਚ ਬਹੁਤ ਸਾਰਾ ਬਦਲਾਅ ਆਏ ਨੇ। ਹੁਣ ਇੱਥੋਂ ਦੀਆਂ ਜੋ ਜਨਜਾਤੀਆਂ ਦੇ ਲੋਕ ਨੇ, ਉਹ ਤੇਲ ਅਤੇ ਗੈਸ ਦੇ ਜੋ ਕੰਮਾਂ ਦੇ ਵਿੱਚ ਜਾ ਰਹੇ ਆ, ਉਹ ਸ਼ਹਿਰਾਂ ਵੱਲ ਆਪਣਾ ਰੁਖ ਕਰ ਰਹੇ ਆ। ਇਸੇ ਕਰਕੇ ਜੋ ਇੱਥੋਂ ਦਾ ਖੇਤਰ ਆ ਜੀ, ਜੋ ਇੱਥੋਂ ਦੇ ਸਥਾਨਕ ਲੋਕ ਆ, ਉਹਨਾਂ ਦੇ ਜੀਵਨ ਵਿੱਚ ਹੁਣ ਕਾਫੀ ਪਰਿਵਰਤਨ ਆ ਚੁੱਕੇ ਆ। ਜਿੱਥੇ ਪਹਿਲਾਂ ਊਠਾਂ ਦੀ ਵਰਤੋਂ ਕੀਤੀ ਜਾਂਦੀ ਸੀ, ਹੁਣ ਉਹਨਾਂ ਜਗ੍ਹਾ 'ਤੇ ਵੱਡੇ ਹਾਈਵੇਜ਼ ਬਣ ਗਏ ਆ। ਕੱਚੇ ਘਰਾਂ ਦੀ ਥਾਂ ਇੱਥੇ ਵੀ ਪੱਕੇ ਘਰ ਬਣ ਰਹੇ ਆ ਜੀ। ਇੱਥੇ ਵੀ ਜੋ ਕਹਿ ਸਕਦੇ ਹਾਂ ਵੀ ਵਿਕਾਸ ਦੀ ਦੌੜ ਇੱਥੇ ਵੀ ਆਪਣਾ ਅਸਰ ਦਿਖਾ ਰਹੀ ਹੈ ਅਤੇ ਇੱਥੋਂ ਦੇ ਜੀਵਨ ਨੂੰ ਵੀ ਹੁਣ ਉਹ ਪ੍ਰਭਾਵਿਤ ਕਰ ਰਹੀ ਹੈ। ਇਸ ਤਰ੍ਹਾਂ ਜੀ ਆਪਾਂ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਜ਼ਿਆਦਾ ਗਰਮ ਰੇਗਿਸਤਾਨ ਬਾਰੇ ਕਾਫੀ ਡਿਟੇਲ ਦੇ ਨਾਲ ਜਾਣਿਆ। ਆਪਾਂ ਜਾਣਿਆ ਕਿ ਉੱਥੋਂ ਦਾ ਮੌਸਮ ਕਿਸ ਤਰ੍ਹਾਂ ਦਾ, ਉੱਥੇ ਕਿਹੜੇ ਜੀਵ ਜੰਤੂ ਪਾਏ ਜਾਂਦੇ ਨੇ, ਕਿਹੜੇ ਪੌਦੇ ਮਿਲਦੇ ਨੇ ਅਤੇ ਉੱਥੋਂ ਦੇ ਲੋਕ ਕਿਸ ਤਰ੍ਹਾਂ ਆਪਣਾ ਜੀਵਨ ਗੁਜ਼ਾਰਦੇ ਨੇ। ਹੁਣ ਇਸ ਤੋਂ ਬਾਅਦ ਆਪਾਂ ਜਾਣਦੇ ਹਾਂ ਜੀ ਦੁਨੀਆ ਦੇ ਸਭ ਤੋਂ ਠੰਡੇ ਮਾਰੂਥਲ ਬਾਰੇ, ਯਾਨੀ ਕਿ ਲੱਦਾਖ ਬਾਰੇ। ਹੁਣ ਆਪਾਂ ਗੱਲ ਕਰਦੇ ਹਾਂ ਜੀ ਠੰਡੇ ਮਾਰੂਥਲ ਬਾਰੇ, ਯਾਨੀ ਕਿ ਲੱਦਾਖ ਬਾਰੇ। ਸਭ ਤੋਂ ਪਹਿਲਾਂ ਤਾਂ ਜੀ ਆ ਮੈਪ ਦੇਖਿਓ ਦੋ। ਉੱਪਰ ਵਾਲੇ ਮੈਪ 'ਚ ਦੇਖਿਓ, ਇਸ ਦੇ ਵਿੱਚ ਜੀ ਇੰਡੀਆ ਦਾ ਇੱਕ ਜ਼ੂਮ ਆਊਟ ਪਿਕਚਰ ਆ ਜਾਂ ਜ਼ੂਮ ਆਊਟ ਮੈਪ ਆ। ਇਸ ਦੇ ਵਿੱਚ ਜੋ ਉੱਪਰ ਰੈੱਡ ਵਾਲਾ ਏਰੀਆ ਦਿਖਾਇਆ ਗਿਆ ਜੀ, ਇਹ ਹੈ ਲੱਦਾਖ। ਬਾਅਦ ਦੇ ਵਿੱਚ ਇਸ ਨੂੰ ਜੀ ਆਪਾਂ ਕਿਸੇ ਨੇ ਵੀ ਵੱਡਾ ਕਰਕੇ ਦਿਖਾਇਆ ਨੀਚੇ ਵਾਲੇ ਮੈਪ ਦੇ ਵਿੱਚ, ਜਿਸ ਦੇ ਵਿੱਚ ਤੁਸੀਂ ਜੰਮੂ ਕਸ਼ਮੀਰ ਅਤੇ ਲੱਦਾਖ ਦੇ ਏਰੀਏ ਨੂੰ ਦੇਖ ਸਕਦੇ ਹੋ, ਜੋ ਨੀਚੇ ਵਾਲਾ ਮੈਪ ਆ। ਜੰਮੂ ਕਸ਼ਮੀਰ ਦੇ ਉੱਪਰ ਵਾਲੀ ਸਾਈਡ ਜੋ ਲਾਈਟ ਵਾਲੇ ਕਲਰ ਨਾਲ ਦਿਖਾਇਆ ਗਿਆ ਜੀ, ਇਹ ਹੈ ਇੱਥੇ ਲੱਦਾਖ। ਲੱਦਾਖ ਜੀ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ। ਇਹਦੇ ਸ਼ਾਬਦਿਕ ਅਰਥ ਦੇਖ ਲੈਂਦੇ ਹਾਂ। ਲ ਦਾ ਅਰਥ ਹੈ ਪਹਾੜੀ ਦर्रा ਅਤੇ ਦਾਖ ਦਾ ਅਰਥ ਹੈ ਦੇਸ਼, ਯਾਨੀ ਕਿ ਪਹਾੜੀ ਦਰਿਆਂ ਦਾ ਦੇਸ਼। ਲੱਦਾਖ ਨੂੰ 31 ਅਕਤੂਬਰ 2019 ਨੂੰ ਜੀ ਹੁਣ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਘੋਸ਼ਿਤ ਕਰ ਦਿੱਤਾ ਗਿਆ ਹੈ, ਯਾਨੀ ਕਿ 31 ਅਕਤੂਬਰ 2019 ਨੂੰ ਹੁਣ ਇਸ ਨੂੰ ਇੱਕ UT ਘੋਸ਼ਿਤ ਕਰ ਦਿੱਤਾ ਗਿਆ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਜੀ ਇੰਗਲਿਸ਼ ਦੇ ਵਿੱਚ ਯੂਨੀਅਨ ਟੈਰੀਟਰੀ ਕਿਹਾ ਜਾਂਦਾ ਹੈ, ਜਿਸ ਨੂੰ ਸ਼ਾਰਟ ਦੇ ਵਿੱਚ UT ਕਿਹਾ ਜਾਂਦਾ ਹੈ। ਹੁਣ ਤੁਹਾਡੇ ਸਭ ਲਈ ਜੀ ਇੱਥੇ ਇੱਕ ਪ੍ਰਸ਼ਨ ਆ, ਤੁਸੀਂ ਸਭ ਨੇ ਇਹ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਕਿ ਵਰਤਮਾਨ ਸਮੇਂ ਵਿੱਚ ਯਾਨੀ ਕਿ 2021 ਦੇ ਵਿੱਚ ਭਾਰਤ ਦੇ ਵਿੱਚ ਟੋਟਲ ਕਿੰਨੇ ਸਟੇਟਸ ਨੇ ਅਤੇ ਕਿੰਨੇ ਹੁਣ UT ਨੇ। ਠੀਕ ਹੈ ਜੀ, ਇਸ ਨੂੰ ਤੁਸੀਂ ਜ਼ਰੂਰ ਦੱਸਣਾ ਸਭ ਨੇ। ਗੱਲ ਕਰੀਏ ਇਸ ਦੇ ਖੇਤਰਫਲ ਦੀ, ਅਤੇ ਇਸ ਦਾ ਖੇਤਰਫਲ ਹੈ ਜੀ 59,146 ਕਿਲੋਮੀਟਰ, ਯਾਨੀ ਕਿ 59,146 ਕਿਲੋਮੀਟਰ ਹੈ ਜੀ ਇਸ ਦਾ ਖੇਤਰਫਲ। ਅਤੇ ਜੇਕਰ ਗੱਲ ਕਰੀਏ ਇੱਥੋਂ ਦੀ ਪਾਪੂਲੇਸ਼ਨ ਦੀ, ਤਾਂ ਇਹ ਹੈ ਜੀ 2,74,289। ਠੀਕ ਹੈ ਜੀ, ਇਹ 2011 ਦੇ ਵਿੱਚ ਇੱਕ ਇਹ
ਪੋਪੂਲੇਸ਼ਨ ਕਾਊਂਟ ਹੋਇਆ ਸੀ, ਜਨਗਣਨਾ ਹੋਈ ਸੀ, ਉਸ ਸਮੇਂ ਦੇ ਅਨੁਸਾਰ ਜੋ ਇੱਥੋਂ ਦੀ ਜਨਸੰਖਿਆ ਸੀ ਉਹ ਸੀ 2,74,299। ਇਹ ਭਾਰਤ ਦੀ ਸਭ ਤੋਂ ਘੱਟ ਆਬਾਦੀ ਵਾਲਾ ਖੇਤਰ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਲੱਦਾਖ ਕਿੱਥੇ ਸਥਿਤ ਹੈ ਅਤੇ ਇਸ ਦੀਆਂ ਕੁਝ ਜੋ ਭੂਗੋਲਿਕ ਵਿਸ਼ੇਸ਼ਤਾਵਾਂ ਨੇ ਉਹਨਾਂ ਦੇ ਬਾਰੇ ਗੱਲ ਕਰਦੇ ਹਾਂ। ਇਹ ਖੇਤਰ ਜੰਮੂ ਕਸ਼ਮੀਰ ਦੇ ਪੂਰਬ ਵਿੱਚ ਸਥਿਤ ਅਤੇ ਬਾਹਰੀ ਹਿਮਾਲਿਆ ਦੇ ਵਿੱਚ ਸਥਿਤ ਹੈ। ਇਹ ਬਾਹਰੀ ਹਿਮਾਲਿਆ 'ਚ ਸਥਿਤ ਹੈ ਜੋ ਇਹ ਲੱਦਾਖ ਹੈ ਜੀ। ਇਸ ਦੇ ਉੱਤਰ ਵਿੱਚ ਯਾਨੀ ਕਿ ਉੱਪਰ ਵਾਲੀ ਸਾਈਡ ਜਿੱਥੇ ਚੀਨ ਦਿਖਾਇਆ ਗਿਆ ਜੀ ਮੈਪ ਦੇ ਵਿੱਚ, ਇੱਥੇ ਕਾਰਾਕੋਰਮ ਪਰਬਤ ਨੇ। ਅਤੇ ਜੇਕਰ ਆਪਾਂ ਗੱਲ ਕਰੀਏ ਦੱਖਣ ਵੱਲ ਯਾਨੀ ਕਿ ਨੀਚੇ ਵਾਲੀ ਸਾਈਡ ਵੱਲ, ਤੇ ਇੱਥੇ ਜੀ ਜਾਸਕਰ ਪਰਬਤ ਇੱਥੇ ਮੌਜੂਦ ਨੇ। ਇਸ ਦੇ ਦੋਨੋਂ ਸਾਈਡ ਕੀ ਮੌਜੂਦ ਹੈ ਇਹ ਵੀ ਯਾਦ ਰੱਖਣਾ ਹੈ ਜੀ। ਇੱਥੋਂ ਬਹੁਤ ਸਾਰੀਆਂ ਹਿਮ ਨਦੀਆਂ ਨਿਕਲਦੀਆਂ ਜਿਨ੍ਹਾਂ ਨੂੰ ਹਿੰਦੀ ਦੇ ਵਿੱਚ ਹਿਮਾਨੀ ਕਿਹਾ ਜਾਂਦਾ ਹੈ ਜੀ। ਇੱਥੋਂ ਬਹੁਤ ਸਾਰੀਆਂ ਹਿਮ ਨਦੀਆਂ ਨਿਕਲਦੀਆਂ ਜੋ ਬਰਫ਼ ਦੀਆਂ ਨਦੀਆਂ ਹੁੰਦੀਆਂ ਨੇ। ਜਿਵੇਂ ਕਿ ਇਹਨਾਂ ਦੇ ਵਿੱਚੋਂ ਇੱਕ ਮਸ਼ਹੂਰ ਦਾ ਨਾਮ ਦਿੱਤਾ ਗਿਆ ਜੀ, ਇਹ ਹੈ ਗੈਂਗਰੀ ਹਿਮ ਨਦੀ। ਠੀਕ ਹੈ ਜੀ, ਇਸ ਹਿਮ ਨਦੀ ਦਾ ਨਾਮ ਵੀ ਤੁਸੀਂ ਯਾਦ ਰੱਖ ਲੈਣਾ। ਜੇਕਰ ਗੱਲ ਕਰੀਏ ਆਪਾਂ ਲੱਦਾਖ ਦੀ ਉਚਾਈ ਦੀ, ਤਾਂ ਇਸ ਦੀ ਕਾਰਗਲ ਦੇ ਵਿੱਚ ਜੀ ਸਮੁੰਦਰ ਤਲ ਤੋਂ ਔਸਤਨ ਜੋ ਉਚਾਈ ਹੈ ਉਹ 3000 ਮੀਟਰ ਹੈ। ਅਤੇ ਜੇਕਰ ਗੱਲ ਕਰੀਏ ਕਾਰਾਕੋਰਮ ਦੇ ਵਿੱਚ, ਤਾਂ ਇਸ ਦੀ ਵੱਧ ਤੋਂ ਵੱਧ ਉਚਾਈ ਹੈ ਜੀ 8000 ਮੀਟਰ ਤੱਕ। ਇਹ ਔਸਤਨ ਉਚਾਈ ਹੈ ਜੀ ਸਮੁੰਦਰ ਤਲ ਤੋਂ। ਇੰਨੀ ਉਚਾਈ ਦੇ ਉੱਤੇ ਹੋਣ ਕਾਰਨ ਜੀ, ਇੰਨੀ ਉਚਾਈ ਦੇ ਉੱਪਰ ਮੌਜੂਦ ਹੋਣ ਕਾਰਨ ਇੱਥੇ ਜੋ ਹਵਾ ਉਹ ਬਹੁਤ ਹੀ ਜ਼ਿਆਦਾ ਠੰਡੀ ਹੁੰਦੀ ਹੈ ਅਤੇ ਖੁਸ਼ਕ ਹੁੰਦੀ ਹੈ, ਕਿਉਂਕਿ ਇਹ ਬਾਹਰੀ ਹਿਮਾਲਿਆ ਦੇ ਵਿੱਚ ਉੱਥੇ ਠੰਡ ਤਾਂ ਹੋਣੀ ਲਾਜ਼ਮੀ ਗੱਲ ਹੈ ਜੀ। ਇਸ ਤੋਂ ਇਲਾਵਾ ਇਹ ਇੰਨੀ ਉਚਾਈ 'ਤੇ ਹੋਣ ਕਰਕੇ ਜੋ ਇੱਥੋਂ ਦੀ ਹਵਾ ਦੀ ਪਰਤ ਹੈ ਜੀ ਉਹ ਬਹੁਤ ਪਤਲੀ ਹੈ, ਜਿਸ ਕਰਕੇ ਜੋ ਸੂਰਜ ਦੀ ਧੁੱਪ ਆ ਉਹ ਵੀ ਇੱਥੇ ਬਹੁਤ ਤੇਜ਼ ਲੱਗਦੀ ਹੈ। ਇੱਥੇ ਜੇ ਦੋਨੋਂ ਚੀਜ਼ਾਂ ਇਕੱਠੀਆਂ ਚੱਲਦੀਆਂ ਨੇ, ਜਿੰਨੀ ਜ਼ਿਆਦਾ ਇੱਥੇ ਸੂਰਜ ਦੀ ਧੁੱਪ ਲੱਗਦੀ ਹੈ ਉਨੀ ਹੀ ਜ਼ਿਆਦਾ ਇੱਥੇ ਸਰਦੀ ਹੈ, ਉਨੀ ਹੀ ਜ਼ਿਆਦਾ ਇੱਥੇ ਠੰਡ। ਧੁੱਪ ਅਤੇ ਠੰਡ ਇੱਥੇ ਦੋਨੋਂ ਇਕੱਠੇ ਜੇ ਚੱਲਦੇ ਆ। ਗਰਮੀ ਰੁੱਤ ਸਮੇਂ ਜੋ ਇਹ ਲੱਦਾਖ ਦਾ ਤਾਪਮਾਨ ਆ ਜੀ, ਇਹ ਦਿਨ ਸਮੇਂ 0 ਡਿਗਰੀ ਤੋਂ ਥੋੜ੍ਹਾ ਬਹੁਤ ਹੀ ਉੱਪਰ ਜਾਂਦਾ, ਯਾਨੀ ਕਿ 1-2 ਡਿਗਰੀ 'ਤੇ ਹੀ ਪਹੁੰਚਦਾ ਹੈ। ਅਤੇ ਰਾਤ ਸਮੇਂ ਇੱਥੋਂ ਦਾ ਜੋ ਟੈਂਪਰੇਚਰ ਹੁੰਦਾ ਜੀ ਉਹ -30 ਡਿਗਰੀ ਹੋ ਜਾਂਦਾ ਹੈ, -30 ਡਿਗਰੀ ਸੈਲਸੀਅਸ ਤੱਕ ਚਲਿਆ ਜਾਂਦਾ ਹੈ। ਗਰਮੀ ਰੁੱਤ ਦਾ ਹੈ ਜੀ। ਅਤੇ ਜੇਕਰ ਗੱਲ ਕਰੀਏ ਸਰਦੀ ਵੇਲੇ, ਤਾਂ ਇੱਥੇ ਜੀ -40 ਡਿਗਰੀ 'ਤੇ ਹੀ ਟੈਂਪਰੇਚਰ ਰਹਿੰਦਾ ਹੈ, ਜੋ ਕਿ ਬਹੁਤ ਹੀ ਜ਼ਿਆਦਾ ਠੰਡਾ ਹੁੰਦਾ ਹੈ ਜੀ। ਇਸ ਨੂੰ ਤੁਸੀਂ ਇਸ ਚੀਜ਼ ਨਾਲ ਸਮਝ ਸਕਦੇ ਹੋ ਕਿ ਪੰਜਾਬ ਦੇ ਵਿੱਚ ਜੋ ਵੱਧ ਤੋਂ ਵੱਧ ਟੈਂਪਰੇਚਰ ਲੋ ਜਾਂਦਾ ਹੈ ਅਤੇ ਉਹ ਜਾਂਦਾ ਹੈ ਜੀ 8 ਤੋਂ 10 ਡਿਗਰੀ। ਅਤੇ ਇੰਨੇ ਵਿੱਚ ਹੀ ਫੁੱਲ ਸਰਦੀ ਦੇ ਵਿੱਚ ਆਪਣਾ ਬੁਰਾ ਹਾਲ ਹੋ ਜਾਂਦਾ ਹੈ ਕਿ ਬਹੁਤ ਜ਼ਿਆਦਾ ਸਰਦੀ ਆਪਾਂ ਬਾਹਰ ਨਹੀਂ ਨਿਕਲ ਸਕਦੇ। ਅਤੇ ਇੱਥੇ ਹਰ ਸਮੇਂ ਜੋ ਟੈਂਪਰੇਚਰ ਆ ਉਹ ਜਾਂ 0 ਡਿਗਰੀ ਰਹਿਣਾ ਜਾਂ ਉਸ ਤੋਂ ਮਾਈਨਸ ਦੇ ਵਿੱਚ ਹੀ ਰਹਿਣਾ ਹੈ। ਹਿਮਾਲਿਆ ਦੀ ਰੋਕ ਕਾਰਨ ਇੱਥੇ ਵਰਖਾ ਨਾ ਮਾਤਰ ਹੀ ਹੁੰਦੀ ਹੈ, ਵੱਧ ਤੋਂ ਵੱਧ ਜੀ ਪੂਰੇ ਸਾਲ ਦੇ ਵਿੱਚ 10 ਸੈਂਟੀਮੀਟਰ ਤੱਕ ਇੱਥੇ ਵਰਖਾ ਹੁੰਦੀ ਹੈ, ਯਾਨੀ ਕਿ ਬਹੁਤ ਹੀ ਜ਼ਿਆਦਾ ਘੱਟ ਇੱਥੇ ਵਰਖਾ ਹੁੰਦੀ ਹੈ। ਇੱਥੇ ਤੇਜ਼ ਧੁੱਪ ਦੇ ਨਾਲ ਅਤੇ ਠੰਡੀ ਹਵਾ ਜੀ ਇਹ ਦੋਨੋਂ ਇੱਕੋ ਸਮੇਂ ਮਹਿਸੂਸ ਹੁੰਦੇ ਨੇ, ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਇਹਦੀ ਤੁਸੀਂ ਇੱਕ ਉਦਾਹਰਨ ਨਾਲ ਹੀ ਸਮਝੋ ਜੀ ਇਸ ਗੱਲ ਨੂੰ। ਜੇਕਰ ਕੋਈ ਵਿਅਕਤੀ ਇੱਥੇ ਸਰੀਰ ਧੁੱਪ ਦੇ ਵਿੱਚ ਰੱਖ ਕੇ ਅਤੇ ਆਪਣੇ ਪੈਰਾਂ ਨੂੰ ਛਾਂ ਦੇ ਵਿੱਚ ਕਰਕੇ ਬੈਠ ਜਾਵੇ, ਤਾਂ ਉਸ ਨੂੰ ਧੁੱਪ ਅਤੇ ਠੰਡ ਵਿੱਚ ਜੀ ਇਸ ਤਰ੍ਹਾਂ ਦਾ ਹੋਏਗਾ ਕਿ ਉਸ ਨੂੰ ਗਰਮੀ ਅਤੇ ਸਰਦੀ ਹੋ ਜਾਏਗੀ ਅਤੇ ਉਸ ਨੂੰ ਬੁਖਾਰ ਚੜ੍ਹ ਜਾਵੇਗਾ। ਇੰਨਾ ਇੱਥੋਂ ਦੇ ਟੈਂਪਰੇਚਰ ਦੇ ਵਿੱਚ ਫ਼ਰਕ ਹੈ ਜੀ। ਜਿੰਨੀ ਜ਼ਿਆਦਾ ਇੱਥੇ ਸਰਦੀ ਹੈ ਉਨੀ ਹੀ ਜ਼ਿਆਦਾ ਇੱਥੇ ਸੂਰਜ ਦੀ ਜੋ ਤਿੱਖੀ ਧੁੱਪ ਆ ਉਹ ਵੀ ਆਪਾਂ ਨੂੰ ਮਹਿਸੂਸ ਹੁੰਦੀ ਹੈ। ਇੱਥੇ ਇੰਨਾ ਮਾਈਨਸ ਦੇ ਵਿੱਚ ਟੈਂਪਰੇਚਰ ਰਹਿੰਦਾ ਜੀ ਸਰਦੀਆਂ ਦੇ ਵਿੱਚ 40 ਡਿਗਰੀ ਤੱਕ। ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਜੋ ਭਾਰਤੀ ਦੀ ਫੌਜ ਆ ਜੀ, ਇੱਥੇ ਜੋ ਭਾਰਤੀ ਸੈਨਾ ਉਹ ਇੰਨੀ ਸਰਦੀ ਦੇ ਵਿੱਚ ਵੀ ਆਪਣੀ ਡਿਊਟੀ ਦਿੰਦੀ ਹੈ ਜੀ, ਤਾਂ ਕਿ ਦੇਸ਼ ਦੀ ਰੱਖਿਆ ਕੀਤੀ ਜਾ ਸਕੇ। ਜੋ ਭਾਰਤੀ ਸੈਨਾ ਦੇ ਜਵਾਨ ਆ ਜੀ ਉਹ ਇੰਨੀ ਮਾਈਨਸ ਟੈਂਪਰੇਚਰਾਂ ਦੇ ਵਿੱਚ ਵੀ ਦਿਨ ਅਤੇ ਰਾਤ ਦੇ ਸਮੇਂ ਦੇਸ਼ ਦੀ ਰਾਖੀ ਕਰਦੇ ਆ। ਉਹਨਾਂ ਲਈ ਇੱਕ ਸਲੂਟ ਤਾਂ ਜੀ ਜ਼ਰੂਰ ਬਣਦਾ। ਹੁਣ ਆਪਾਂ ਗੱਲ ਕਰਦੇ ਹਾਂ ਜੀ ਲੱਦਾਖ ਦੇ ਵਿੱਚ ਪਾਏ ਜਾਣ ਵਾਲੇ ਜੀਵਾਂ ਅਤੇ ਉੱਥੋਂ ਦੀ ਵਨਸਪਤੀ ਬਾਰੇ। ਇੱਥੇ ਖੁਸ਼ਕ ਜਲਵਾਯੂ ਹੋਣ ਦੇ ਕਾਰਨ ਜੋ ਵਨਸਪਤੀ ਹੈ ਜੀ ਬਹੁਤ ਹੀ ਘੱਟ ਹੁੰਦੀ ਹੈ, ਪਰ ਜਾਨਵਰਾਂ ਦੇ ਚਾਲੇ ਲਈ ਜੀ ਇੱਥੇ ਛੋਟੀ ਮੋਟੀ ਘਾਹ ਬੂਟੀ ਮਿਲ ਜਾਂਦੀ ਹੈ। ਗਰਮੀ ਰੁੱਤ ਸਮੇਂ ਜੀ ਇੱਥੇ ਸੇਬ ਅਤੇ ਅਖਰੋਟ ਵਰਗੇ ਦਰੱਖਤ ਜੋ ਇੱਥੇ ਉੱਗਦੇ ਨੇ। ਜੇਕਰ ਗੱਲ ਕਰੀਏ ਇੱਥੇ ਕਿਹੜੇ ਕਿਸਮ ਦੇ ਪੰਛੀ ਪਾਏ ਜਾਂਦੇ ਨੇ, ਤਾਂ ਉਹਨਾਂ ਦੇ ਵਿੱਚ ਮੁੱਖ ਕੁਛ ਦੇ ਨਾਮ ਦੱਸੇ ਗਿਆ ਜੀ, ਜਿਵੇਂ ਕਿ ਰੋਬਿਨ, ਰੈੱਡ ਸਟਾਰਟ, ਤਿੱਬਤੀ ਸਨੋਕੌਕ, ਰੈਵਨ ਅਤੇ ਹੋਪ ਆਦਿ ਦੇ ਜੋ ਪੰਛੀ ਹੈ ਜੀ ਉਹ ਇੱਥੇ ਪਾਏ ਜਾਂਦੇ ਨੇ। ਇਸ ਤੋਂ ਇਲਾਵਾ ਇੱਥੇ ਕਈ ਜਾਨਵਰ ਪਾਏ ਜਾਂਦੇ ਨੇ, ਜਿਵੇਂ ਜੰਗਲੀ ਬੱਕਰੀ, ਜੰਗਲੀ ਭੇਡ, ਯਾਕ ਅਤੇ ਕਈ ਖਾਸ ਕਿਸਮਾਂ ਦੇ ਕੁੱਤੇ ਵੀ ਇੱਥੇ ਮਿਲਦੇ ਨੇ। ਇੱਥੇ ਵਿਲੋ, ਜਿਸ ਨੂੰ ਸਰਪਤ ਕਿਹਾ ਜਾਂਦਾ ਜੀ, ਉਸ ਦੇ ਰੁੱਖ ਅਤੇ ਪੋਪੂਲਰ ਨਾਮ ਦੇ ਰੁੱਖ ਇੱਥੇ ਮਿਲਦੇ ਨੇ। ਇਹ ਆਮ ਇੱਥੇ ਪਾਏ ਜਾਂਦੇ ਨੇ। ਵਨਸਪਤੀ ਅਤੇ ਜੀਵ ਜੰਤੂਆਂ ਬਾਰੇ ਜਾਣਨ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਜੀ ਲੱਦਾਖ ਦੇ ਵਿੱਚ ਜੋ ਲੋਕ ਰਹਿੰਦੇ ਨੇ ਉਹ ਕਿਸ ਪ੍ਰਕਾਰ ਦੇ ਨੇ, ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਹੈ। ਇੱਥੇ ਜੋ ਲੋਕ ਰਹਿੰਦੇ ਆ ਜੀ ਉਹ ਵਧੇਰੇ 2 ਧਰਮਾਂ ਨੂੰ ਮੰਨਣ ਵਾਲੇ ਨੇ, ਬੁੱਧ ਅਤੇ ਮੁਸਲਿਮ ਧਰਮ ਨੂੰ ਮੰਨਣ ਵਾਲੇ। ਲੱਦਾਖ ਦੇ ਵਿੱਚ ਬਹੁਤ ਸਾਰੇ ਬੁੱਧ ਮੱਠ ਪਾਏ ਜਾਂਦੇ ਨੇ, ਜਿਨ੍ਹਾਂ ਨੂੰ ਗੋਪਾ ਕਿਹਾ ਜਾਂਦਾ ਹੈ। ਜੋ ਬੁੱਧ ਲੋਕਾਂ ਦੇ ਮੰਦਿਰ ਹੁੰਦੇ ਨੇ ਜੀ ਉਹਨਾਂ ਨੂੰ ਗੋਪਾ ਕਿਹਾ ਜਾਂਦਾ ਹੈ, ਇਹ ਤੁਸੀਂ ਯਾਦ ਰੱਖ ਲੈਣਾ। ਗਰਮੀ ਰੁੱਤ ਸਮੇਂ ਜੋ ਇੱਥੇ ਫਸਲਾਂ ਉਗਾਈਆਂ ਜਾਂਦੀਆਂ ਜੀ ਉਹਨਾਂ ਦੇ ਵਿੱਚ ਮੁੱਖ ਨੇ ਜੌਂ, ਆਲੂ, ਮਟਰ ਅਤੇ ਸ਼ਲਗਮ। ਇਸ ਟਾਈਪ ਦੀ ਖੇਤੀ ਜੋ ਗਰਮੀ ਰੁੱਤ ਦੇ ਵਿੱਚ ਇੱਥੇ ਕੀਤੀ ਜਾਂਦੀ ਹੈ, ਪਰ ਸਰਦੀ ਦੇ ਵਿੱਚ ਇੱਥੇ ਕਿਸੇ ਵੀ ਟਾਈਪ ਦੀ ਖੇਤੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਦੋਂ ਹਰ ਸਮੇਂ -40 ਡਿਗਰੀ ਟੈਂਪਰੇਚਰ ਰਹਿੰਦਾ ਅਤੇ ਇੰਨੇ ਘੱਟ ਤਾਪਮਾਨ ਦੇ ਵਿੱਚ ਕੋਈ ਵੀ ਫਸਲ ਨੂੰ ਉਗਾਉਣਾ ਸੰਭਵ ਨਹੀਂ ਹੁੰਦਾ। ਇਸ ਲਈ ਸਰਦੀ ਰੁੱਤ ਸਮੇਂ ਜੋ ਇੱਥੇ ਦੇ ਲੋਕ ਰਹਿੰਦੇ ਆ ਜੋ ਉਹ ਆਪਣੇ ਆਪ ਨੂੰ ਧਾਰਮਿਕ ਤਿਉਹਾਰਾਂ ਅਤੇ ਰੀਤੀ ਰਿਵਾਜ਼ਾਂ ਵਿੱਚ ਵਿਅਸਤ ਰੱਖਦੇ ਨੇ।
ਉਹ ਖੇਤੀ ਨਹੀਂ ਕਰ ਸਕਦੇ, ਜੋ ਘੱਟੋ ਘੱਟ ਉਹ ਆਪਣੇ ਆਪ ਨੂੰ ਧਾਰਮਿਕ ਕੰਮਾਂ ਦੇ ਵਿੱਚ ਕੁਝ ਰੀਤੀ ਰਿਵਾਜਾਂ ਦੇ ਵਿੱਚ ਲਗਾ ਕੇ ਰੱਖਦੇ ਨੇ। ਜੇਕਰ ਗੱਲ ਕਰੀਏ ਕਿ ਇੱਥੋਂ ਦੇ ਲੋਕਾਂ ਦਾ ਮੁੱਖ ਰੁਜ਼ਗਾਰ ਦਾ ਸਾਧਨ ਕੀ ਹੈ, ਤਾਂ ਇਹ ਹੈ ਜੀ ਟੂਰਿਜ਼ਮ, ਕਿਉਂਕਿ ਇੱਥੇ ਬਹੁਤ ਸਾਰੇ ਪਰਯਟਕ ਆਉਂਦੇ ਨੇ ਅਤੇ ਇੱਥੋਂ ਦੇ ਜੋ ਨਿਵਾਸੀ ਨੇ ਉਹ ਉਹਨਾਂ ਦੇ ਗਾਈਡ ਦਾ ਕੰਮ ਕਰਦੇ ਨੇ। ਦੇਸ਼ ਵਿਦੇਸ਼ ਤੋਂ ਯਾਤਰੀ ਇੱਥੇ ਆਉਂਦੇ ਨੇ, ਟੂਰਿਸਟ ਇੱਥੇ ਆਉਂਦੇ ਨੇ, ਉਹਨਾਂ ਨੂੰ ਘੁਮਾਉਣ ਦੇ ਲਈ ਇੱਥੋਂ ਦੇ ਲੋਕ ਗਾਈਡ ਬਣਦੇ ਨੇ ਅਤੇ ਉਹਨਾਂ ਨੂੰ ਇਹਨਾਂ ਤੋਂ ਰੁਜ਼ਗਾਰ ਪ੍ਰਾਪਤ ਹੁੰਦਾ ਹੈ। ਇਹਨਾਂ ਦੇ ਜੋ ਬਣਾਏ ਹੋਏ ਆਪਾਂ ਕਹਿ ਸਕਦੇ ਹਾਂ ਕਿ ਆਰਟ ਐਂਡ ਕਰਾਫਟ ਦੀਆਂ ਚੀਜ਼ਾਂ ਹੁੰਦੀਆਂ ਉਹ ਵੀ ਵਿਕਦੀਆਂ ਨੇ। ਇਸ ਪ੍ਰਕਾਰ ਇਹਨਾਂ ਦਾ ਜੋ ਹੈ ਇੱਥੋਂ ਦਾ ਇੱਕ ਮੁੱਖ ਰੁਜ਼ਗਾਰ ਦਾ ਸਾਧਨ ਟੂਰਿਸਟ ਹੈ ਜੀ। ਲੱਦਾਖ ਦੇ ਲੋਕਾਂ ਦੇ ਜੀਵਨ ਬਾਰੇ ਪੜ੍ਹਨ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਜੀ ਲੱਦਾਖ ਦੇ ਵਿੱਚ ਪਾਏ ਜਾਣ ਵਾਲੇ ਇੱਕ ਰਾਜਮਾਰਗ ਬਾਰੇ, ਜਿਸ ਦਾ ਨਾਮ ਹੈ ਮਨਾਲੀ ਲੇਹ ਰਾਜਮਾਰਗ। ਇਹ ਦੁਨੀਆ ਦਾ ਸਭ ਤੋਂ ਉੱਚਾ ਰਾਜਮਾਰਗ ਹੈ, ਯਾਨੀ ਕਿ ਦੁਨੀਆ ਦੀ ਸਭ ਤੋਂ ਉੱਚੀ ਸੜਕ ਹੈ। ਜੇਕਰ ਗੱਲ ਕਰੀਏ ਇਸ ਦੀ ਉਚਾਈ ਦੀ, ਤਾਂ ਇਸ ਦੀ ਸਮੁੰਦਰ ਤਲ ਤੋਂ ਉਚਾਈ ਹੈ ਜੀ 4000 ਮੀਟਰ ਤੋਂ ਲੈ ਕੇ 5329 ਮੀਟਰ ਤੱਕ ਦੀ। ਇੰਨੀ ਜ਼ਿਆਦਾ ਉਚਾਈ ਤੱਕ ਇਹ ਸੜਕ ਬਣੀ ਹੋਈ ਹੈ। ਇਹ ਜੋ ਸੜਕ ਹੈ ਜੀ ਇਹ ਜੁਲਾਈ ਤੋਂ ਸਤੰਬਰ ਤੱਕ ਹੀ ਖੁੱਲ੍ਹਦੀ ਹੈ। ਇਹ ਰਾਜਮਾਰਗ ਕੇਵਲ ਜੁਲਾਈ ਤੋਂ ਸਤੰਬਰ ਤੱਕ ਹੀ ਖੋਲ੍ਹਿਆ ਜਾਂਦਾ ਹੈ, ਯਾਨੀ ਕਿ ਗਰਮੀ ਦੇ ਮੌਸਮ ਵਿੱਚ ਹੀ ਖੋਲ੍ਹਿਆ ਜਾਂਦਾ ਹੈ, ਕਿਉਂਕਿ ਬਾਕੀ ਸਮੇਂ ਜੀ ਇਸ ਦੇ ਉੱਪਰ ਬਰਫ਼ ਜੰਮੀ ਰਹਿੰਦੀ ਹੈ ਅਤੇ ਕੇਵਲ ਇੰਨੇ ਸਮੇਂ ਦੇ ਲਈ ਹੀ ਇਸ ਦੇ ਉੱਪਰੋਂ ਬਰਫ਼ ਹਟਾਈ ਜਾਂਦੀ ਹੈ ਅਤੇ ਉਸ ਸਮੇਂ ਇਹ ਖੁੱਲ੍ਹਦਾ ਹੈ। ਇਹ ਜੋ ਰਾਜਮਾਰਗ ਹੈ ਜੀ ਇਹ 4 ਦਰਿਆਂ ਵਿੱਚੋਂ ਨਿਕਲਦਾ ਹੈ। 4 ਦਰਿਆਂ ਦੇ ਵਿੱਚੋਂ ਇਹ ਹੋ ਕੇ ਗੁਜ਼ਰਦਾ ਹੈ। ਦर्रे ਕੀ ਹੁੰਦੇ ਆ ਜੀ? 2 ਪਹਾੜਾਂ ਦੇ ਵਿੱਚ, ਜੇ ਆਪਾਂ ਕਹਿ ਦਿੰਦੇ ਪਹਾੜਾਂ ਦੇ ਵਿਚਲੇ ਤੰਗ ਰਸਤੇ ਨੂੰ ਹੀ ਦर्रा ਕਿਹਾ ਜਾਂਦਾ ਹੈ। ਇਹ 4 ਦर्रे ਕਿਹੜੇ ਕਿਹੜੇ ਨੇ ਜੀ? ਇਹਨਾਂ ਦੇ ਨਾਮ ਵੀ ਯਾਦ ਰੱਖ ਲੈਣਾ। ਪਹਿਲਾ ਹੈ ਜੀ ਰੋਹਤਾਂਗਲਾ, ਦੂਜਾ ਹੈ ਜੀ ਬਾਰਾਲਾਚਾਲਾ, ਤੀਸਰਾ ਹੈ ਲੁਨਗਾਲਾਚਾਲਾ ਅਤੇ ਚੌਥਾ ਹੈ ਜੀ ਟੰਗਲੰਗਲਾ। ਇਹਨਾਂ ਚਾਰਾਂ ਦੇ ਨਾਮ ਯਾਦ ਰੱਖਣਾ ਜੀ। ਮੈਂ ਦੁਬਾਰਾ ਰਿਪੀਟ ਕਰ ਦਿੰਦਾ। ਪਹਿਲਾ ਹੈ ਜੀ ਰੋਹਤਾਂਗਲਾ, ਦੂਜਾ ਹੈ ਬਾਰਾਲਾਚਾਲਾ, ਤੀਸਰਾ ਹੈ ਲੁਨਗਾਲਾਚਾਲਾ ਅਤੇ ਚੌਥਾ ਹੈ ਜੀ ਟੰਗਲੰਗਲਾ। ਅਤੇ ਇੱਥੇ ਹੀ ਸਮਾਪਤ ਹੁੰਦਾ ਹੈ ਅੱਜ ਦਾ ਆਪਣਾ ਚੈਪਟਰ। ਹੋਪ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਅਤੇ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਜੀ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਇਹ ਵੀਡੀਓਜ਼ ਜੋ ਆਪਾਂ ਕਵਰ ਕਰ ਰਹੇ ਹਾਂ ਜੀ ਇਹ ਦੇਖਣ ਨੂੰ ਬਹੁਤ ਬੇਸਿਕ ਲੱਗਦੇ ਨੇ, ਪਰ ਤੁਸੀਂ ਇਹ ਗੱਲ ਨੂੰ ਯਾਦ ਰੱਖੋ ਜੀ, ਜੇਕਰ ਤੁਸੀਂ ਸੀ-ਟੈਟ, ਪੀ-ਟੈਟ ਜਾਂ ਤੁਸੀਂ ਮਾਸਟਰ ਕਾਡਰ ਵੀ ਕਲੀਅਰ ਕਰਨਾ, ਉਹਦੇ ਵਿੱਚ ਜੋ ਪੇਪਰ ਦੇ ਵਿੱਚ ਤੁਹਾਨੂੰ MCQs ਪੁੱਛੇ ਜਾਣਗੇ ਉਹ ਜ਼ਿਆਦਾਤਰ ਬੇਸਿਕ ਹੀ ਹੁੰਦੇ ਨੇ। ਇਸ ਲਈ ਜੇਕਰ ਤੁਸੀਂ ਬੇਸਿਕ ਨੂੰ ਵਧੀਆ ਤਰੀਕੇ ਪੜ੍ਹ ਲੈਂਦੇ ਹੋ ਤਾਂ ਤੁਸੀਂ ਐਗਜ਼ਾਮ ਨੂੰ ਜੀ ਫਸਟ ਟਾਈਮ ਦੇ ਵਿੱਚ ਕਰੈਕ ਕਰ ਸਕਦੇ ਹੋ। ਕੋਈ ਇੰਨਾ ਜ਼ਿਆਦਾ ਮੁਸ਼ਕਲ ਨਹੀਂ ਹੁੰਦਾ। ਇਸ ਲਈ ਸਾਰੀਆਂ ਵੀਡੀਓਜ਼ ਨੂੰ ਤੁਸੀਂ ਘੱਟੋ ਘੱਟ 2 ਵਾਰ ਜ਼ਰੂਰ ਦੇਖੋ ਅਤੇ ਸਾਰਿਆਂ ਨੂੰ ਜੀ ਸੀਕੁਐਂਸ ਵਾਈਜ਼ ਪੜ੍ਹੋ ਤਾਂ ਕਿ ਤੁਸੀਂ ਵਧੀਆ ਤਰੀਕੇ ਪੇਪਰ ਨੂੰ ਕਲੀਅਰ ਕਰ ਸਕੋ। ਅਤੇ ਸਭ ਸਟੂਡੈਂਟਸ ਨੇ ਜੀ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਕਿ 2021 ਦੇ ਵਿੱਚ ਭਾਰਤ ਦੇ ਕੁੱਲ ਕਿੰਨੇ ਸਟੇਟ ਨੇ ਅਤੇ ਕਿੰਨੇ UT ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫ੍ਰੀ PDF ਚਾਹੁੰਦੇ ਹੋ ਤਾਂ ਜੀ ਚੈਨਲ ਨੂੰ ਤੁਸੀਂ ਹੁਣੇ ਟੈਲੀਗ੍ਰਾਮ ਤੇ ਜੁਆਇਨ ਕਰ ਲਓ, ਜਿਸ ਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ। ਥੈਂਕ ਯੂ ਫॉर ਵਾਚਿੰਗ ਪੰਜਾਬ ਐਜੂਕੇਸ਼ਨ।